ਸਾਨੂੰ ਯੂਰੀਆ ਦੀ ਐਡੀ ਮੁਸ਼ਕਲ ਆ ਰਹੀ ਹੈ ਵੀ ਸਾਡੀ 22 ਦਿਨ ਦੀ ਕਣਕ ਹੋ ਗਈ ਆ। ਹੁਣ ਅਸੀਂ ਇਹਨੂੰ ਪਾਣੀ ਵੀ ਲਾਉਣਾ ਆ, ਪਾਣੀ ਲਾ ਕੇ ਫਿਰ ਇਹਨੂੰ ਖਾਦ ਪਾਉਣੀ ਆ। ਸਾਨੂੰ ਯੂਰੀਆ ਮਿਲ ਨਹੀਂ ਰਹੀ, ਜੇ ਮਿਲਦੀ ਵੀ ਆ ਤਾਂ ਬਲੈਕ 'ਚ ਮਿਲ ਰਹੀ ਆ। 270 ਉਹਦਾ ਰੇਟ ਹੈ ਇਹਦਾ, ਇਹ ਸਾਨੂੰ 450 ਰੇਟ ਸੁਣਾਉਂਦਾ ਹੈ। ਮਸਲਾ ਸਭ ਤੋਂ ਵੱਡਾ ਇਹ ਜੀ, ਸਾਨੂੰ ਅਸੀਂ ਪਹਿਲਾਂ ਖਰਚਾ ਲਾ ਕੇ ਡੀਜ਼ਲ ਬਾਲ ਕੇ 72 ਰੁਪਏ ਲੀਟਰ ਤੇ 1250 ਦੀ ਯੂਰੀਆ ਪਾ ਕੇ ਅੱਜ ਕਣਕਾਂ ਬੀਜੀਆਂ ਨੇ। ਠੀਕ ਹੈ ਜੀ, ਕਣਕਾਂ ਬੀਜੀਆਂ ਤੇ ਜਦੋਂ ਯੂਰੀਆ ਦਾ ਹੁਣ ਸਾਨੂੰ ਟਾਈਮ ਆਇਆ ਤੇ ਦੁਕਾਨਦਾਰਾਂ ਕੋਲ ਯੂਰੀਆ ਲੈਣ ਜਾਂਦੇ ਆ ਤੇ ਸਾਨੂੰ 450 ਜਾਂ 500 ਰੁਪਈਆ ਪਰ ਤੋੜੇ ਦਾ ਸਰਾ ਦੇ ਰਹੇ ਨੇ। ਠੀਕ ਹੈ ਜੀ, ਜੋ ਕਿ ਉਹਦਾ ਕੰਟਰੋਲ ਰੇਟ ਤੇ ਹੈਗਾ ਆ 270 260 65, ਚਲੋ ਜੋ ਵੀ ਹੈਗਾ ਵਾ ਫਰੈਂਡ ਰੇਟ ਇਹ ਆ। ਤੇ ਸਾਨੂੰ ਯੂਰੀਆ ਨਹੀਂ ਮਿਲ ਰਹੀ। ਯੂਰੀਆ ਕਮ ਸੇ ਕਮ ਇਹ ਨਹੀਂ ਵੀ ਨਾਲੇ ਹੈ ਨਹੀਂ ਗੀ, ਇਹ ਨਾਲੇ ਹੈਗੀ ਆ। ਇਹਨਾਂ ਦੀਆਂ ਦੁਕਾਨਾਂ ਇਹਨਾਂ ਨੇ ਸ਼ੋਅ ਕੋਈ ਕੀਤੀਆਂ ਨਕਸ਼ੇ ਦੇ ਵਿੱਚ ਤੇ ਗੋਦਾਮ ਇਹਨਾਂ ਨੇ ਕਿਤੇ ਬਣਾਏ ਨੇ। ਰਾਤ ਨੂੰ ਸਾਰੇ ਹੀ ਦੁਕਾਨਦਾਰ ਜਿਹੜੇ 450 ਜਾਂ 500 ਦੇ ਹਿਸਾਬ ਨਾਲ ਤੋੜੇ ਚੁਕਾ ਰਹੇ ਨੇ। ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਉੱਤੇ ਬੈਠੀ ਕੀ ਕਰ ਰਹੀ ਹੈ, ਕੀ ਕਮ ਸੇ ਕਮ ਆਪਣੇ ਜਿਹੜੇ ਇਹਨਾਂ ਨੇ ਜਿੰਨੇ ਵੀ ਅਫਸਰ ਲਾਏ ਬਾਹਰ ਜਾ ਕੇ ਭੇਜ ਕੇ ਵੇਖਣ ਵੀ ਬਣ ਕੀ ਰਿਹਾ, ਹੋ ਕੀ ਰਿਹਾ ਕਮ ਸੇ ਕਮ ਕਿਸਾਨਾਂ ਨਾਲ। ਜ਼ਿਮੀਂਦਾਰ ਦਾ ਮੰਨ ਲਓ ਫਸਲ ਵੇਚਦਾ ਜਾ ਕੇ ਆੜਤੀ ਕੋ ਹਿਸਾਬ ਲੈਂਦਾ ਵਾ, ਉਹਨਾਂ ਦਾ ਫਰਜ਼ ਨਹੀਂ ਬਣਦਾ ਮਹਿਕਮੇ ਵਾਲਿਆਂ ਦਾ ਬਾਹਰ ਆਣ ਕੇ ਵੀ ਆਪਣਾ ਹਿਸਾਬ ਲੈਂਦਾ ਵੀ ਯੂਰੀਆ ਕਿੱਥੇ ਗਈ, ਸਾਨੂੰ ਆਪਣਾ ਬਿੱਲ ਵਿਖਾਓ। ਭਾਜੀ ਸ਼ਿਕਾਇਤ ਕਰਨ ਦਾ ਫਾਇਦਾ ਤਾਂ ਹੋਵੇ ਜਦੋਂ ਸਾਰੇ ਰਲੇ, ਫਾਇਦਾ ਹੀ ਕੋਈ ਨਹੀਂਗਾ। ਹਾਂਜੀ, ਨਹੀਂ ਜੇ ਗੱਲ ਕਰੀਏ ਕਿਸਾਨੀ ਵਾਸਤੇ ਬੜੀ ਮੁਸ਼ਕਿਲ ਦੀ ਗੱਲ ਹੈ। ਇੱਕ ਪਾਸੇ ਆਰਡੀਨੈਂਸ ਲੱਗੇ ਹੋਏ ਆ, ਉਹ ਵੀ ਨਹੀਂ ਹੱਲੇ, ਤੁਹਾਡਾ ਆਰਡੀਨੈਂਸ ਦਾ ਮਸਲਾ ਨਹੀਂ ਹੱਲ ਹੋ ਰਿਹਾ, ਜਿੱਥੇ ਕਿ ਤੁਹਾਡੇ ਕਿਸਾਨ ਜਿਹੜੇ ਨੇ ਉਹ ਧਰਨਿਆਂ 'ਤੇ ਬੈਠੇ ਹੋਏ ਆ। ਪਰ ਜੇ ਅੱਜ ਗੱਲ ਕਰੀਏ ਤਾਂ ਯੂਰੀਆ ਦਾ ਐਡਾ ਵੱਡਾ ਮਸਲਾ ਤੁਹਾਡੇ ਕੋਲ ਆ ਗਿਆ, ਤੁਹਾਨੂੰ ਹਰਿਆਣੇ ਤੋਂ ਜਾ ਕੇ ਖਾਦ ਲਿਆਉਣੀ ਪਈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਇਸ ਵੇਲੇ? ਸਰਕਾਰ ਨੂੰ ਤਾਂ ਕਹਿਣਾ ਚਾਹੁੰਦੇ ਜੀ ਵੀ ਕਿਸਾਨ ਤਾਂ ਅੱਗੇ ਬਹੁਤ ਵੀ ਮਰੇ ਪਏ ਜੇ, ਖਾਦ ਤੋਂ ਬਿਨਾਂ ਤੇ ਕੁਛ ਕਣਕ ਵੀ ਨਹੀਂ ਹੋਏਗੀ। ਖਾਦ ਤਾਂ ਜ਼ਰੂਰੀ ਹੈ ਪਾਉਣੀ ਜੀ। ਜਿੱਦਾਂ ਹੁਣ ਬੰਦੇ ਨੂੰ ਦਵਾਈ ਦੀ ਲੋੜ ਹੈ ਨਾ, ਦਵਾਈ ਨਾਲ ਚੱਲਦਾ ਨਾ, ਹੁਣ ਇਹ ਵੀ ਜੇ ਖਾਦ ਨਾ ਪਾਵਾਂਗੇ ਤਾਂ ਕੁਛ ਨਹੀਂ ਹੋਊਗਾ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਲੰਮੇ ਵੱਡੇ ਤੌਰ ਤੇ ਚੱਲ ਰਿਹਾ। ਜੇ ਗੱਲ ਕਰੀਏ ਤਾਂ ਪਿਛਲੇ 1.5 ਮਹੀਨੇ ਤੋਂ ਪਲੱਸ ਹੋ ਗਿਆ ਜਿਹੜੇ ਕਿਸਾਨ ਨੇ ਆਪਣੀਆਂ ਕੁਝ ਬਿੱਲਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰ ਰਹੇ ਨੇ। ਪਰ ਜੇ ਅੱਜ ਗੱਲ ਕਰੀਏ ਤਾਂ ਕਿਸਾਨਾਂ ਨਾਲ ਫਿਰ ਧੱਕਾ ਹੁੰਦਾ ਨਜ਼ਰ ਆ ਰਿਹਾ। ਜੇ ਤੁਹਾਨੂੰ ਵਿਖਾ ਰਿਹਾ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਇਸ ਵੇਲੇ ਬਿਜਾਈ ਦਾ ਕੰਮ ਜਿਹੜਾ ਚੱਲ ਰਿਹਾ ਸੀ, ਬਿਜਾਈ ਹੁਣ ਹੋ ਚੁੱਕੀ ਆ। ਪਰ ਇਸ ਵੇਲੇ ਜੇ ਗੱਲ ਕਰੀਏ ਤਾਂ ਕਣਕਾਂ ਜਿਹੜੀਆਂ ਨੇ ਉਹ ਇਸ ਵੇਲੇ ਥੋੜ੍ਹੀਆਂ ਤਿਆਰ ਹੁੰਦੀਆਂ ਨਿਕਲਦੀਆਂ ਬਾਹਰ ਨਜ਼ਰ ਆ ਰਹੀਆਂ ਨੇ। ਜੇ ਹੁਣ ਇਹਨਾਂ ਨੂੰ ਗੱਲ ਕਰੀਏ ਤਾਂ ਇਹਨਾਂ ਨੂੰ ਹੁਣ ਇਸ ਵੇਲੇ ਖਾਦ ਦੀ ਜਿਹੜੀ ਬੜੀ ਲੋੜ ਆ, ਨਾਲ ਹੀ ਇਹਨਾਂ ਨੂੰ ਖਾਦ ਦੇ ਨਾਲ ਪਾਣੀ ਦਿੱਤੇ ਜਾਣੇ ਨੇ। ਪਰ ਇਸ ਵੇਲੇ ਜਿਹੜੀ ਯੂਰੀਆ ਦੀ ਗੱਲ ਕਰੀਏ ਤੇ ਯੂਰੀਆ ਖਾਦ ਜਿਹੜੀ ਉਹ ਕਿਤੋਂ ਵੀ ਮਿਲਦੀ ਨਜ਼ਰ ਨਹੀਂ ਆ ਰਹੀ। ਜੇ ਇਸ ਵੇਲੇ ਦੀ ਜਿਹੜੀ ਮੌਕੇ ਦੀ ਗੱਲ ਹੈ ਕਿ ਲੋਕ ਜਿਹੜੇ ਨੇ ਇਸ ਵੇਲੇ ਬੜੇ ਪਰੇਸ਼ਾਨ ਨੇ, ਕਿਸਾਨ ਬੜੇ ਪਰੇਸ਼ਾਨ ਨੇ ਕਿ ਜਿਹੜੀ ਉਹਨਾਂ ਨੂੰ ਇਹ ਮਿਲਣ ਵਾਲੀ ਜਿਹੜੀ ਖਾਦ ਸੀਗੀ ਉਹ ਇਸ ਵੇਲੇ ਉਹਨਾਂ ਦੀ ਬਲੈਕ ਦੇ ਵਿੱਚ ਮਿਲ ਰਹੀ ਹੈ। ਸਾਡੇ ਨਾਲ ਇੱਥੇ ਕੁਝ ਕਿਸਾਨ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ। ਹਾਂਜੀ ਭਾਜੀ, ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਂ ਗਗਨਦੀਪ ਜੀ। ਹਾਂਜੀ ਭਾਜੀ, ਕੀ ਮਸਲਾ ਤੁਹਾਨੂੰ ਅੱਜ ਜਿਹੜੀ ਤੁਸੀਂ ਗੱਲ ਕਹਿ ਰਹੇ ਕਿ ਸਾਨੂੰ ਜਿਹੜੀ ਖਾਦ ਨਹੀਂ ਮਿਲ ਰਹੀ, ਯੂਰੀਆ ਖਾਦ ਦਾ ਜਿਹੜੀ ਬਹੁਤ ਵੱਡਾ ਮਸਲਾ ਆ ਰਿਹਾ ਵਾ, ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਕਿੱਦਾਂ ਯੂਰੀਆ ਦਾ ਤੁਹਾਨੂੰ ਜਿਹੜਾ ਖਾਦ ਮਿਲ ਨਹੀਂ ਰਹੀ? ਮਸਲਾ ਸਭ ਤੋਂ ਵੱਡਾ ਇਹ ਜੀ, ਸਾਨੂੰ ਅਸੀਂ ਪਹਿਲਾਂ ਖਰਚਾ ਲਾ ਕੇ ਡੀਜ਼ਲ ਬਾਲ ਕੇ 72 ਰੁਪਏ ਲੀਟਰ ਤੇ 1250 ਦੀ ਯੂਰੀਆ ਪਾ ਕੇ ਅੱਜ ਕਣਕਾਂ ਬੀਜੀਆਂ ਨੇ। ਠੀਕ ਹੈ ਜੀ, ਕਣਕਾਂ ਬੀਜੀਆਂ ਤੇ ਜਦੋਂ ਯੂਰੀਆ ਦਾ ਹੁਣ ਸਾਨੂੰ ਟਾਈਮ ਆਇਆ ਤੇ ਦੁਕਾਨਦਾਰਾਂ ਕੋਲ ਯੂਰੀਆ ਲੈਣ ਜਾਂਦੇ ਆ ਤੇ ਸਾਨੂੰ 450 ਜਾਂ 500 ਰੁਪਈਆ ਪਰ ਤੋੜੇ ਦਾ ਸਰਾ ਦੇ ਰਹੇ ਨੇ। ਠੀਕ ਹੈ ਜੀ, ਜੋ ਕਿ ਉਹਦਾ ਕੰਟਰੋਲ ਰੇਟ ਤੇ ਹੈਗਾ ਆ 270 260 65, ਚਲੋ ਜੋ ਵੀ ਹੈਗਾ ਵਾ ਫਰੈਂਡ ਰੇਟ ਇਹ ਆ। ਤੇ ਸਾਨੂੰ ਯੂਰੀਆ ਨਹੀਂ ਮਿਲ ਰਹੀ। ਯੂਰੀਆ ਕਮ ਸੇ ਕਮ ਇਹ ਨਹੀਂ ਵੀ ਨਾਲੇ ਹੈ ਨਹੀਂ ਗੀ, ਇਹ ਨਾਲੇ ਹੈਗੀ ਆ। ਇਹਨਾਂ ਦੀਆਂ ਦੁਕਾਨਾਂ ਇਹਨਾਂ ਨੇ ਸ਼ੋਅ ਕੋਈ ਕੀਤੀਆਂ ਨਕਸ਼ੇ ਦੇ ਵਿੱਚ ਤੇ ਗੋਦਾਮ ਇਹਨਾਂ ਨੇ ਕਿਤੇ ਬਣਾਏ ਨੇ। ਰਾਤ ਨੂੰ ਸਾਰੇ ਹੀ ਦੁਕਾਨਦਾਰ ਜਿਹੜੇ 450 ਜਾਂ 500 ਦੇ ਹਿਸਾਬ ਨਾਲ ਤੋੜੇ ਚੁਕਾ ਰਹੇ ਨੇ। ਤੇ ਜੇ ਲੈਣ ਜਾਈਦੀ ਤਾਂ ਅੱਗੋਂ ਮੰਨ ਲਓ ਜਿਹੜੇ ਹੋਰ ਕਿਸੇ ਦੁਕਾਨ 'ਤੇ ਜਾਈਦੀ ਆ, ਉਹ 500 ਸਰਾਉਂਦਾ ਨਾਲ ਸਵਾਹ ਦੀ ਪੁੜੀ ਦਿੰਦਾ ਇੱਕ ਵੀ ਆ ਲੈ ਜਾਓ ਪਾਥੀਆਂ ਦੀ 4 ਬਾਲ ਕੇ ਤੇ ਆ ਬਾਲੋ ਜੀ, ਲਾਓ ਜੀ, ਪਾਓ ਜੀ, ਇਹ ਸਿਉਂ ਖਾਲੀ ਆ, ਫਲਾਣੀ ਆ, ਢੀਂਗਾ। ਸਾਨੂੰ ਕੀ ਪਤਾ, ਅਸੀਂ ਉਹਦੇ ਵਿੱਚ ਵੜ ਕੇ ਥੋੜ੍ਹਾ ਵੇਖਿਆ। ਬਾਕੀ ਅਸੀਂ ਕਿਸੇ ਵੀ ਮਹਿਕਮੇ ਨੂੰ ਜੇ ਮੰਨ ਲਓ ਸ਼ਿਕਾਇਤ ਕਰਦੇ ਤਾਂ ਉਹ ਆਣ ਕੇ ਵਹਿੰਦੇ ਨਹੀਂਗੇ। ਜੇ ਵਹਿੰਦੇ ਤਾਂ ਨਹੀਂ ਆ ਵੀ ਸਭ ਰਲੇ ਮਿਲੇ ਹੁੰਦੇ ਆ, ਸਭ ਚੋਰ ਕੁੱਤੀ ਦੇ ਇੱਕੋ ਰਲੇ ਆ। 9 ਤੋਂ 5 ਡਿਊਟੀ ਦੇਣੀ ਆ, 2-3 ਘੰਟੇ ਦਫ਼ਤਰੇ ਬਹਿ ਕੇ ਦੇਣਾ, ਮੁੜ ਕੇ ਨਿਕਲ ਜਾਣਾ ਸ਼ਾਮ ਨੂੰ ਮਾਰਾਂ ਸਲਫ ਦੇ ਘਰਾਂ ਨੂੰ ਨਿਕਲ ਜਾਣਾ। ਜਦੋਂ ਘਰ ਚੱਲ ਜਾਂਦੇ ਆ ਤਾਂ ਉਦੋਂ ਇਹ ਵੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਤੁਹਾਨੂੰ ਦੱਸਣਾ, ਪਹਿਲਾਂ ਆਰਡੀਐਸ 3 ਜਿਹੜੇ ਬਿੱਲ ਲੱਗੇ ਸੀ ਉਹਦੇ ਕਰਕੇ ਸਾਨੂੰ ਇੰਨੀਆਂ ਮਾਰਾਂ ਪਈਆਂ। ਠੀਕ ਹੈ ਜੀ, ਸਾਡੇ ਕਿਸਾਨ ਵੀਰ ਅਜੇ ਵੀ ਧਰਨਿਆਂ 'ਤੇ ਬੈਠੇ ਆ ਤੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ। ਹੁਣ ਉਹ ਆਈ ਤੇ ਫਿਰ ਝੋਨੇ ਦੀ ਪ੍ਰੋਬਲਮ ਆ ਲਓ ਵਿੱਚ। ਝੋਨੇ ਦੇ ਤੁਹਾਨੂੰ ਪਤਾ ਹੀ, ਸਭ ਨੂੰ ਪਤਾ ਕੀ ਰੇਟ ਲੱਗਾ, ਕੀ ਚੁੱਕਿਆ, ਕੀ ਝਾੜ ਨਿਕਲਿਆ। ਠੀਕ ਹੈ ਜੀ, ਜੇ ਕਣਕਾਂ ਬੀਜੀਆਂ ਸਾਨੂੰ ਯੂਰੀਆ ਨਹੀਂ ਮਿਲ ਰਹੀ। ਹੁਣ
ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਉੱਤੇ ਬੈਠੀ ਕੀ ਕਰ ਰਹੀ ਹੈ, ਕੀ ਕਮ ਸੇ ਕਮ ਆਪਣੇ ਜਿਹੜੇ ਇਹਨਾਂ ਨੇ ਜਿੰਨੇ ਵੀ ਅਫਸਰ ਲਾਏ ਆ ਬਾਹਰ ਜਾ ਕੇ ਭੇਜ ਕੇ ਵੇਖਣ ਵੀ ਬੰਨ ਕੀ ਰਿਹਾ ਹੋ ਗਈ ਰਿਹਾ ਕਮ ਸੇ ਕਮ ਕਿਸਾਨਾਂ ਨਾਲ। ਨਹੀਂ ਜੇ ਗੱਲ ਕਰੀਏ ਯੂਰੀਆ ਦੀ ਤੇ ਤੁਹਾਨੂੰ ਸੁਸਾਇਟੀ ਵੱਲੋਂ ਯੂਰੀਆ ਵੀ ਮਿਲਦੀ ਜਾਂਦੇ ਕਿਸਾਨਾਂ ਨੂੰ, ਕੀ ਗੱਲ ਤੁਹਾਨੂੰ ਸੁਸਾਇਟੀ ਵੱਲੋਂ ਯੂਰੀਆ ਨਹੀਂ ਮਿਲ ਰਹੀ ਜੀ? ਸਾਨੂੰ ਜੀ ਸੁਸਾਇਟੀ ਵੱਲੋਂ ਯੂਰੀਆ ਨਹੀਂ ਆਈ ਸੁਸਾਇਟੀ ਦੇ ਵਿੱਚ, ਜੇ ਆਈ ਵੀ ਆ ਠੀਕ ਹੈ ਜੀ ਉਹਨਾਂ ਦੇ ਦੁਕਾਨਦਾਰਾਂ ਨਾਲ ਪਹਿਲਾਂ ਹੀ ਗੱਲਬਾਤ ਹੋਈ ਹੁੰਦੀ ਆ, ਉਹਨਾਂ ਨੇ ਦੁਕਾਨਦਾਰਾਂ ਚੁਕਾ ਦੇਣੀ ਆ ਠੀਕ ਹੈ। ਦੁਕਾਨਦਾਰਾਂ ਚੁੱਕਣੀਆਂ ਕਾ ਦੁਕਾਨਦਾਰਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਜੋ ਹੀ 450 ਨੂੰ 500 ਨੂੰ ਤੋੜਾ ਉਹਨਾਂ ਦੇਣਾ, ਤੇ ਮਹਿੰਗੇ ਭਾਅ ਦੇ ਯੂਰੀਆ ਲੈ ਕੇ ਹੀ ਮੰਨ ਲਓ ਜੇ ਜ਼ਿਮੀਂਦਾਰ ਪਾਵੇ ਤੇ ਫਿਰ ਕਿੱਥੇ ਜਾਵੇ। ਤੇ ਜੇ ਯੂਰੀਆ ਨਾਲ ਅਸੀਂ ਕਣਕ ਨੂੰ ਪਾਈਏ ਤਾਂ ਉਹਦੇ ਵਿੱਚੋਂ ਪੈਦਾਵਾਰ ਕੀ ਹੋਊਗੀ ਤੇ ਕੀ ਝਾੜ ਲਵਾਂਗੇ ਤੇ ਕੀ ਗਾਂ ਅਸੀਂ ਵਟਾ ਖਟਾਂਗੇ। ਨਹੀਂ ਤੁਸੀਂ ਤੁਹਾਡੇ ਵੱਲੋਂ ਕੋਈ ਇਸ ਮਹਿਕਮੇ ਗੱਲ ਨੂੰ ਲੈ ਕੇ ਕਿਸੇ ਨੂੰ ਸ਼ਿਕਾਇਤ ਕੀਤੀ ਗਈ ਕਿਸੇ ਉੱਚ ਅਧਿਕਾਰੀ ਨੂੰ ਵੀ ਤੁਹਾਨੂੰ ਜਿਹੜੀ ਹੈ ਯੂਰੀਆ ਵਾ ਬਲੈਕ ਵਿੱਚ ਮਿਲ ਰਹੀ ਹੈ, ਕਿ 270 ਰੁਪਏ ਤੁਸੀਂ ਭਾਅ ਕਹਿ ਰਹੇ ਹੋ ਤੇ 450 ਤੁਹਾਨੂੰ ਮਿਲ ਰਿਹਾ, ਇਸ ਪ੍ਰਤੀ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ? ਭਾਜੀ ਸਭ ਅਧਿਕਾਰੀਆਂ ਨੂੰ ਹੀ ਪਤਾ, ਮੰਨ ਲਓ ਜੇ ਅਸੀਂ ਗੱਲ ਕਰਦੇ ਵੀ ਹਾਂ ਠੀਕ ਹੈ ਜਾਂ ਕਰਦੇ ਹਾਂ ਜਾਂ ਨਹੀਂ ਵੀ ਕਰਦੇ, ਉਹਨਾਂ ਨੂੰ ਨਹੀਂ ਪਤਾ, ਉਹ ਦਫ਼ਤਰਾਂ 'ਚ ਨਹੀਂ ਬੈਠੇ ਵੀ ਸਾਡੇ ਤਹਿਸੀਲ ਦੇ ਵਿੱਚ ਅਸੀਂ ਨਾਲੇ ਦੇ ਵਿੱਚ ਜਾਂ ਰਾਜਸਾਸੀ ਲਾ ਲਓ ਜਾਂ ਕਿਤੇ ਵੀ ਲਾ ਲਓ ਸਾਨੂੰ ਮੁਸ਼ਕਲ ਖਾਦ ਦੀ ਆ ਰਹੀ ਹੈ। ਕੀ ਗੱਲ ਹੈ ਉਹ 9 ਤੋਂ 5 ਡਿਊਟੀ ਸਿਰਫ ਇੱਕ ਗੱਲਾਂ ਮਾਰਨ ਹੀ ਆਉਂਦੇ, ਬਾਹਰ ਨਿਕਲ ਕੇ ਉਹ ਦੁਕਾਨਾਂ ਤੇ ਜਾ ਕੇ ਨਹੀਂ ਵੇਖ ਸਕਦੇ ਵੀ ਯੂਰੀਆ ਕਿੱਥੇ ਗਈ ਆ, ਕਿਉਂ ਵੀ ਤੁਹਾਡੇ ਕੋਲ ਇੰਨੀ ਆਈ ਇੰਨੀ ਗਈ, ਸਾਨੂੰ ਹਿਸਾਬ ਦਿਓ ਕਿੱਥੇ ਆ ਠੀਕ ਹੈ ਜੀ। ਜੇ ਜ਼ਿਮੀਂਦਾਰ ਦਾ ਮੰਨ ਲਓ ਫਸਲ ਵੇਚਦਾ ਜਾ ਕੇ ਆੜਤੀ ਕੋ ਹਿਸਾਬ ਲੈਂਦਾ ਵਾ ਤੇ ਉਹਨਾਂ ਦਾ ਫਰਜ਼ ਨਹੀਂ ਬਣਦਾ ਮਹਿਕਮੇ ਵਾਲਿਆਂ ਦਾ ਬਾਹਰ ਆਣ ਕੇ ਵੀ ਆਪਣਾ ਹਿਸਾਬ ਲੈਂਦਾ ਵੀ ਯੂਰੀਆ ਕਿੱਥੇ ਗਈ, ਸਾਨੂੰ ਆਪਣਾ ਬਿੱਲ ਵਿਖਾਓ। ਜਦੋਂ ਆਉਣਾ ਹੀ ਆ ਡੀਐਸਪੀ ਸਾਹਿਬ ਹੈ, ਡੀਸੀ ਆ, ਚਲੋ ਇੱਥੇ ਆਪਣੇ ਇੰਸਪੈਕਟਰ ਵੀ ਐਗਰੀਕਲਚਰ ਵਾਲੇ, ਕਮ ਸੇ ਕਮ ਚਲੋ ਉਹਨਾਂ ਨੇ ਮੈਂ ਮੰਨਦਾ ਠੀਕ ਹੈ ਸਤਿਕਾਰਯੋਗ ਹੋ ਗਿਆ, ਬੈਠੇ ਆ ਆਉਂਦੇ ਆ 9 ਤੋਂ 5 ਡਿਊਟੀ ਦਿੰਦੇ ਆ, ਜਦੋਂ 5 ਵਜੇ ਤੋਂ ਬਾਅਦ ਆਣ ਕੇ ਉਹਨਾਂ ਸਰਦਾਰ ਜੀ ਆਪਣੀ ਕਮ ਸੇ ਕਮ ਬਾਹਰ ਨਿਕਲ ਦੁਕਾਨਾਂ ਤੇ ਚੈਕਿੰਗ ਕਰਨ ਇਹਨਾਂ ਨੂੰ ਡਰ ਹੋਵੇ ਵੀ ਅਸੀਂ ਯੂਰੀਆ ਆਈ ਆ ਦੇਣੀ ਆ ਦੁਕਾਨਦਾਰ ਜ਼ਿਮੀਂਦਾਰ ਨੂੰ 260 ਦੇ 270 ਤੇ ਭਈ ਦਈਏ, ਸਾਡੀ ਕੋਈ ਸ਼ਿਕਾਇਤ ਕਰੂਗਾ। ਭਾਜੀ ਸ਼ਿਕਾਇਤ ਕਰਨ ਦਾ ਫਾਇਦਾ ਤਾਂ ਆਵੇ ਜਦੋਂ ਸਾਰੇ ਰਲੇ ਆ, ਫਾਇਦਾ ਹੀ ਕੋਈ ਨਹੀਂਗਾ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਲੋਂ ਜਿਹੜੀ ਹੁਣ ਤੁਹਾਡੇ ਨਾਲ ਲੁੱਟ ਖਸੁੱਟ ਹੋ ਰਹੀ ਆ? ਮੰਗ ਤੇ ਅਸੀਂ ਇਹੋ ਕਰ ਰਹੇ ਹਾਂ ਜੀ ਕਮ ਸੇ ਕਮ ਸਾਡੀ ਜੋ ਵੀ ਆ ਯੂਰੀਆ ਆਈ ਆ ਅਸੀਂ ਨਾਲੇ ਦੇ ਵਿੱਚ ਹੈਗੀ ਆ, ਰਾਤ ਨੂੰ ਬਲੈਕ 'ਚ ਨਿਕਲ ਰਹੀ ਆ, 450 500 ਨੂੰ ਜਾ ਰਿਹਾ ਤੋੜਾ, 9:30 ਵਜੇ 10 ਵਜੇ ਸਵੇਰੇ ਮਾਰਨਿੰਗ ਟਾਈਮ ਵੀ ਨਿਕਲ ਰਿਹਾ ਠੀਕ ਹੈ ਜੀ। ਦੁਕਾਨਾਂ ਤੇ ਇਹਨਾਂ ਨੇ ਕਿਸੇ ਨਹੀਂ ਰੱਖੀ, ਦੁਕਾਨਾਂ ਦੇ ਸਿਰਫ ਇਹਨਾਂ ਨੇ ਆਪਣੇ ਨਕਸ਼ੇ ਆਪਣੇ ਇਹਨਾਂ ਨੇ ਲਾਇਸੈਂਸ ਸ਼ੋਅ ਕੀਤੇ ਆ, ਗੋਦਾਮ ਇਹਨਾਂ ਦੇ ਤਕਰੀਬਨ ਸਾਰੇ ਹੀ ਅੱਜ ਨਾਲੇ ਤੋਂ ਬਾਹਰ ਆ, ਅਸੀਂ ਨਾਲੇ ਦੇ ਵਿੱਚ ਨਹੀਂ ਆ ਠੀਕ ਹੈ ਜੀ। ਕਮ ਸੇ ਕਮ ਸਾਡਾ ਸਾਥ ਦੇਣ ਤੇ ਅਸੀਂ ਇਹਨਾਂ ਨੂੰ ਫੜ ਕੇ ਵਿਖਾ ਦੇਣੇ ਯੂਰੀਆ ਹੈਗੀ ਕਿੱਥੇ ਆ, ਇਹ ਨਹੀਂ ਵੀ ਪਤਾ ਨਹੀਂਗਾ, ਪਤਾ ਸਾਨੂੰ ਸਾਰਾ ਹੀ ਆ। ਕਮ ਸੇ ਕਮ ਬਾਹਰ ਨਿਕਲਣਾ, ਕੋਈ 9 ਤੋਂ 5 ਡਿਊਟੀ ਦਿੰਦੇ ਆ, ਕੋਈ 3 ਘੰਟੇ ਦਫ਼ਤਰੇ ਬੈਣ ਆਪਣੇ ਰਜਿਸਟਰੀ ਕਾਗਜ਼ੀ ਕਾਰਵਾਈ ਵੇਖਣ, ਬਾਹਰ ਆਣ ਕੇ ਕਮ ਸੇ ਕਮ ਸਾਨੂੰ ਸੁੱਖ ਦਾ ਸਾਧ ਮਿਲੇ ਵੀ ਸਾਨੂੰ ਯੂਰੀਆ ਮਿਲ ਰਹੀ ਆ। ਯੂਰੀਆ ਨਹੀਂ ਮਿਲ ਰਹੀ ਤੇ ਸਾਡੀ ਕਣਕ ਕਾਹਦੀ ਆ ਫਿਰ। ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਂ ਹੈ ਤੁਹਾਡਾ ਤੇ ਕਿੰਨੀਆਂ ਕੁ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਯੂਰੀਆ ਨਾ ਮਿਲਣ ਕਰਕੇ? ਮੇਰਾ ਨਾਮ ਹੈਗਾ ਦਿਲਬਾਗ ਸਿੰਘ ਜੀ। ਸਾਨੂੰ ਯੂਰੀਆ ਦੀ ਐਡੀ ਮੁਸ਼ਕਲ ਆ ਰਹੀ ਹੈ ਵੀ ਸਾਡੀ 22 ਦਿਨ ਦੀ ਕਣਕ ਹੋ ਗਈ ਆ, ਹੁਣ ਅਸੀਂ ਇਹਨੂੰ ਪਾਣੀ ਵੀ ਲਾਉਣਾ ਆ, ਪਾਣੀ ਲਾ ਕੇ ਫਿਰ ਇਹਨੂੰ ਖਾਦ ਪਾਉਣੀ ਆ, ਸਾਨੂੰ ਯੂਰੀਆ ਮਿਲ ਨਹੀਂ ਰਹੀ। ਜੇ ਮਿਲਦੀ ਵੀ ਆ ਤਾਂ ਬਲੈਕ 'ਚ ਮਿਲਦੀ ਆ, 270 ਉਹਦਾ ਰੇਟ ਹੈ ਇਹਦਾ, ਇਹ ਸਾਨੂੰ 450 ਰੇਟ ਸੁਣਾਉਂਦੇ ਨੇ। ਨਹੀਂ ਜੇ ਗੱਲ ਕਰੀਏ ਵੀਰ ਜੀ, ਜੇ ਯੂਰੀਆ ਆਪਾਂ ਨਹੀਂ ਪਾਉਂਦੇ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਫਸਲ ਦਾ? ਬਹੁਤ ਜ਼ਿਆਦਾ ਇਹ ਪੈਦਾਵਾਰ ਹੀ ਨਹੀਂ ਹੋਣੀ ਜੀ, ਇਹਨੇ ਇੱਦਾਂ ਇਹਨੇ ਤਾਂ ਹੀ ਨਹੀਂ ਹੋਣੀ ਕਣਕ, ਇੱਥੇ ਹੀ ਰਹਿਣੀ ਆ, ਇਹ ਤੁਰਨੀ ਨਹੀਂ ਆ, ਇਹ ਖਾਦ ਨਾਲ ਯੂਰੀਆ ਨਾਲ ਹੀ ਤੁਰਨੀ ਆ। ਨਹੀਂ ਜੇ ਗੱਲ ਕਰੀਏ ਤਾਂ ਆਪਾਂ ਕੋਈ ਇਹਨੂੰ ਖਾਦ ਤੋਂ ਬਗੈਰ ਵੀ ਫਸਲ ਨੂੰ ਬਿਜਾਈ ਕਰ ਸਕਦੇ ਹਾਂ, ਕਿਉਂਕਿ ਚਲੋ ਜੇ ਇਹ ਸਾਡੇ ਲਈ ਖਾਦਾਂ ਹਾਨੀਕਾਰਕ ਵੀ ਨਹੀਂ ਸਾਡੇ ਲਈ, ਤੇ ਜੇ ਆਪਾਂ ਇਹ ਤੋਂ ਬਗੈਰ ਵੀ ਕੋਈ ਇਹਦੀ ਕਾਸ਼ਤ ਕਰ ਸਕਦੇ ਹਾਂ ਜੀ? ਨਹੀਂ ਕੋਈ ਨਹੀਂ ਹੋ ਸਕਦਾ ਜੀ, ਤਾਂ ਯੂਰੀਆ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ, ਇਹ ਯੂਰੀਆ ਪੈਗੀ ਤਾਂ ਫੇਰ ਹੀ ਹੋਣੀ ਹੈ। ਠੀਕ ਹੈ ਜੀ। ਹਾਂਜੀ ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਹੈਗੇ ਨੇ ਜਿਹੜੇ ਆਊਟ ਆਫ ਸਟੇਟ ਤੋਂ ਜਾ ਕੇ ਆਪਣੀ ਜਿਹੜੀ ਖਾਦ ਲੈ ਕੇ ਆਏ ਨੇ ਯੂਰੀਆ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ ਜੀ? ਜਸਵਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਤੁਸੀਂ ਆਊਟ ਆਫ ਸਟੇਟ ਤੋਂ ਜਾ ਕੇ ਲੈ ਕੇ ਆਏ ਹੋ, ਕਿਹੜੀ ਸਟੇਟ ਤੋਂ ਲੈ ਕੇ ਆਏ ਹੋ ਤੇ ਕਿੰਨੇ ਤੋੜੇ ਖਾਦ ਲੈ ਕੇ ਆਏ ਹੋ? ਅਸੀਂ 200 ਤੋੜਾ ਖਾਦ ਲੈ ਕੇ ਆਏ ਆ ਜੀ, ਹਰਿਆਣਿਓਂ ਅੱਗੇ ਹਰਿਆਣੇ ਭੇਵੇ ਤੋਂ ਲੈ ਕੇ ਆਏ ਆ ਜੀ। ਅੱਛਾ ਤੇ ਵੀਰ ਜੀ, ਕਿੰਨੀਆਂ ਕੁ ਮੁਸ਼ਕਲਾਂ ਆਈਆਂ ਤੁਹਾਨੂੰ ਉੱਥੋਂ ਲਿਆਉਣ ਕਰਕੇ, ਜਿਹੜੀ ਤੁਸੀਂ ਕਿਉਂਕਿ ਸਾਡੇ ਪੰਜਾਬ ਦੀ ਮਿਲਣ ਵਾਲੀ ਖਾਦ ਸੀ ਜਿਹੜੀ ਪੰਜਾਬ 'ਚੋਂ ਨਹੀਂ ਮਿਲੀ, ਪਰ ਤੁਸੀਂ ਹਰਿਆਣੇ 'ਚੋਂ ਜਾ ਕੇ ਲੈ ਕੇ ਆਏ ਹੋ, ਕਿੰਨੀਆਂ ਕੁ ਮੁਸ਼ਕਲਾਂ ਤੁਹਾਨੂੰ ਸਾਹਮਣੇ? ਮੁਸ਼ਕਲਾਂ ਤਾਂ ਵੇਖੋ ਜੀ 12-13 ਘੰਟੇ ਟਰੈਕਟਰ ਤੇ ਇੱਕ ਸਾਈਡ ਤੇ ਪਹੁੰਚਣ ਤੇ ਲੱਗ ਜਾਂਦੇ ਆ, ਤੇ ਬਾਕੀ ਉੱਥੋਂ ਰੇਟ ਤੇ ਚਲੋ ਜੀ 270 ਰੁਪਏ ਉਹਨਾਂ ਲਾਇਆ, ਤੇ ਪਲੱਸ ਆਪਾਂ ਨੂੰ ਵੀ 60 ਰੁਪਏ ਖਰਚਾ ਉੱਤੇ ਪੈ ਗਿਆ, ਤੇ ਵੀ 11,000 ਦਾ ਟਰੈਕਟਰ ਤੇਲ ਖਾ ਗਿਆ ਜੇ। 2 ਰਾਤਾਂ ਤੇ ਇੱਕ ਦਿਨ ਸਾਡਾ ਲੱਗ ਗਿਆ ਜੇ, ਤੇ ਬਾਰਡਰ ਤੇ ਆ ਉਹ ਵੱਖ ਨਹੀਂ ਲੰਘਣ ਦਿੰਦੇ, ਉੱਥੋਂ ਫਿਰ ਅਸੀਂ ਪਿੰਡਾਂ ਦੇ ਵਿੱਚ ਦੀ ਚੋਰੀ ਕੱਢ ਕੇ ਲਿਆਏ ਆ ਆਪੇ ਰਿਸਕ ਤੇ। ਹਾਂਜੀ ਨਹੀਂ ਜੇ ਗੱਲ ਕਰੀਏ ਕਿਸਾਨੀ ਵਾਸਤੇ ਬੜੀ ਮੁਸ਼ਕਲ ਦੀ ਗੱਲ ਹੈ, ਇੱਕ ਪਾਸੇ ਆਰਡੀਨੈਂਸ ਲੱਗੇ ਹੋਏ ਆ, ਉਹ ਵੀ ਨਹੀਂ ਹੱਲੇ, ਤੁਹਾਡਾ ਆਰਡੀਨੈਂਸ ਦਾ ਮਸਲਾ ਨਹੀਂ ਹੱਲ ਹੋ ਰਿਹਾ, ਜਿੱਥੇ ਕਿ ਤੁਹਾਡੇ ਕਿਸਾਨ ਜਿਹੜੇ ਨੇ ਉਹ ਧਰਨਿਆਂ ਤੇ ਬੈਠੇ ਹੋਏ ਆ। ਪਰ ਜੇ ਅੱਜ ਗੱਲ ਕਰੀਏ ਤੇ ਯੂਰੀਆ ਦਾ ਐਡਾ ਵੱਡਾ ਮਸਲਾ ਤੁਹਾਡੇ ਕੋਲ ਆ ਗਿਆ, ਤੁਹਾਨੂੰ ਹਰਿਆਣੇ ਤੋਂ ਜਾ ਕੇ ਖਾਦ ਲਿਆਉਣੀ ਪਈ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਇਸ ਵੇਲੇ? ਸਰਕਾਰ ਨੂੰ ਤਾਂ ਕਹਿਣਾ ਚਾਹੁੰਦੇ ਜੀ ਵੀ ਕਿਸਾਨ ਤਾਂ ਅੱਗੇ ਬਹੁਤ ਵੀ ਮਰੇ ਪਏ ਜੇ, ਖਾਦ ਤੋਂ ਬਿਨਾਂ ਤੇ ਕੁਛ ਕਣਕ ਵੀ ਨਹੀਂ ਹੋਏਗੀ, ਖਾਦ ਤਾਂ ਜ਼ਰੂਰੀ ਹੈ ਪਾਉਣੀ ਜੀ। ਜਿੱਦਾਂ ਹੁਣ ਬੰਦੇ ਨੂੰ ਦਵਾਈ ਦੀ ਲੋੜ ਹੈ ਨਾ, ਦਵਾਈ ਨਾਲ ਚੱਲਦਾ ਨਾ, ਹੁਣ ਇਹ ਵੀ ਜੇ ਖਾਦ ਨਾ ਪਾਵਾਂਗੇ ਤਾਂ ਕੁਛ ਨਹੀਂ ਹੋਊਗਾ। ਜੇ ਗੱਲ ਕਰੀਏ ਆਪਾਂ, ਤੁਸੀਂ ਹਰਿਆਣੇ ਤੋਂ ਜਾ ਕੇ ਲੈ ਕੇ ਆਏ, ਤੁਸੀਂ ਆਪਣੇ ਇੱਥੇ ਕਿਸੇ ਐਗਰੀਕਲਚਰ ਡਿਪਾਰਟਮੈਂਟ ਨਾਲ ਗੱਲ ਕੀਤੀ ਆ ਵੀ ਇਸ ਵਿਸ਼ੇ ਤੇ ਵੀ ਸਾਨੂੰ ਖਾਦ ਮਿਲੇ, ਖਾਦ ਸਾਨੂੰ ਹਰਿਆਣੇ ਤੋਂ ਲਿਆਉਣੀ ਪੈ ਰਹੀ ਆ?
ਇੱਥੇ ਦੁਕਾਨਦਾਰਾਂ ਨਾਲ ਅਸੀਂ ਜਿਨ੍ਹਾਂ ਕੋਲ ਲੈਂਦੇ ਉਹਨਾਂ ਨਾਲ ਗੱਲ ਕੀਤੀ ਹੈ, ਉਹ ਵੀ ਰੇਟ 450 ਰੁਪਏ ਸੁਣਾਉਂਦੇ ਆ। ਪਲੱਸ ਉਹ ਵੀ ਉੱਥੇ ਵੀ ਹੁਣ ਜੇ ਆਪਾਂ 270 ਰੁਪਏ ਖਾਦ ਲਿਆਂਦੀ ਆ, ਉਹਨਾਂ ਨਾਲ ਸਾਨੂੰ ਸੰਕੋਰ ਬਾਇਓ ਨਾਲ ਦਵਾਈ ਦਿੱਤੀ ਹੈ। ਹਾਂਜੀ, ਜਿਹੜੀ ਚੀਜ਼ ਆਪਾਂ ਆਪਣੇ ਲੋੜ ਹੀ ਨਹੀਂ ਗੀ ਉਹ ਵੀ ਨਾਲ ਦੇ ਰਹੇ ਉਹ ਵੀ। ਨਹੀਂ, ਜੇ ਆਪਾਂ ਖਾਦ ਤੋਂ ਬਗੈਰ ਵੀ ਇਹਦੀ ਖੇਤੀ ਕਰ ਸਕਦੇ ਹਾਂ, ਜਿੱਦਾਂ ਹੁਣ ਫਸਲਾਂ ਤਕਰੀਬਨ ਵੇਖਣਾ ਆਰਗੇਨਾਈਜ਼ ਖੇਤੀਆਂ ਹੁੰਦੀਆਂ, ਕੁਛ ਜਿਹੜੀਆਂ ਖਾਦ ਦਵਾਈਆਂ ਤੋਂ ਬਗੈਰ ਹੁੰਦੀਆਂ, ਅਸੀਂ ਇਹਦੀ ਵੀ ਕਰ ਸਕਦੇ ਹਾਂ ਖਾਦ ਤੋਂ ਬਗੈਰ ਕੁਛ? ਨਹੀਂ, ਇਹ ਖਾਦ ਤੋਂ ਬਗੈਰ ਨਹੀਂ ਜੇ ਹੁੰਦੀ। ਹੁਣ ਇੰਨੇ ਸਾਲ ਹੋ ਗਏ ਜੇ ਹੁਣ ਇਹਨਾਂ ਨੂੰ ਖਾਦ ਪਾਉਣ ਡਏ, ਹੁਣ ਜੇ ਮੰਨ ਲਓ ਜੇ ਆਪਾਂ ਬਗੈਰ ਕਰਾਂਗੇ ਵੀ ਤੇ ਉਹ ਝਾੜ ਨਹੀਂ ਕੁਛ ਨਹੀਂ ਨਿਕਲਣਾ। ਅੱਛਾ ਜੀ, ਹਾਂਜੀ, ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਲੋਂ? ਸਰਕਾਰ ਕੋਲ ਮੰਗ ਇਹੋ ਕਰਨੇ ਜੀ, ਮਿਲਣੀ ਚਾਹੀਦੀ ਹੈ ਖਾਦ, ਮਿਲਣੀ ਚਾਹੀਦੀ ਹੈ ਖਾਦ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਆ। ਜਿਵੇਂ ਤੁਸੀਂ ਵੇਖਿਆ ਕਿ ਕਿਸਾਨਾਂ ਦੀਆਂ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਯੂਰੀਆ ਨੂੰ ਲੈ ਕੇ, ਅਸੀਂ ਉਸ ਹੁਣ ਕੁਝ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਅਜਨਾਲੇ ਦਿਆਂ ਨਾਲ, ਜਿਹੜੇ ਕਿ ਇਸੇ ਸਾਰੇ ਬੀਜ ਅਤੇ ਖਾਦਾਂ ਨੂੰ ਵੇਚਦੇ ਨੇ। ਹਾਂਜੀ ਭਾਜੀ, ਕੀ ਨਾਂ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਸ ਵੇਲੇ ਕਿਸਾਨਾਂ ਨੂੰ ਬੜੀ ਕਿੱਲਤ ਆ ਰਹੀ ਹੈ ਖਾਦ ਦੀ, ਕੀ ਗੱਲ ਹੈ? ਬਸ ਇਹੋ ਹੀ ਹੈ ਜੀ, ਹੁਣ ਖਾਦ ਦਾ ਸਮਾਂ ਬਹੁਤ ਦਾ ਜ਼ਿਮੀਂਦਾਰ ਵਿਚਾਰਾ ਪਰੇਸ਼ਾਨ ਆ। ਕੁਝ ਜ਼ਿਮੀਂਦਾਰ ਵਿਚਾਰੇ ਜਿਹੜੇ ਤਗੜੇ ਨਹੀਂ, ਉਹ ਜਾ ਕੇ 5-4 ਬੰਦੇ ਇਕੱਠੇ ਹੋ ਕੇ ਹਰਿਆਣੇ ਜਾ ਕੇ ਖਾਦਾਂ ਲਈ ਆਉਂਦੇ ਨੇ ਤੇ ਆਪਣਾ ਗੁਜ਼ਾਰਾ ਕਰੀ ਜਾਂਦੇ ਨੇ। ਪਰ ਮਾੜਾ ਬੰਦਾ ਵਿਚਾਰਾ ਕਿਸ ਤਰ੍ਹਾਂ ਜਾਊ? ਉਹਨੂੰ ਤੇ ਇੱਥੇ ਲੋੜ ਆ। ਕਹਿੰਦੇ ਨੂੰ 21 ਤਰੀਕ ਨੂੰ ਫਾਈਨਲ ਮੀਟਿੰਗ ਆ ਤੇ ਜੇ 21 ਤਰੀਕ ਤੱਕ ਹੋ ਜਾਏ ਤੇ ਮੈਂ ਆਨੇ ਆ ਵੀ ਮੋਦੀ ਸਾਹਿਬ ਦੀ ਮਿਹਰਬਾਨੀ ਆ ਵੀ ਖਾਦਾਂ ਭੇਜਣ, ਜਿਹੜਾ ਗਰੀਬ ਬੰਦਾ ਵੀ ਖਾਦ ਨੂੰ ਆਪਣੀ ਵਰਤੋਂ ਲਿਆ ਕੇ ਤੇ ਕਣਕ ਦਾ ਝਾੜ ਲੈ ਸਕੇ। ਜੇ ਖਾਦ ਲੇਟ ਹੋ ਗਈ, ਪਹਿਲੀ ਖਾਦ ਲੇਟ ਤੇ ਕਣਕ ਦਾ ਝਾੜ ਨਹੀਂ ਬਣਨਾ। ਅੱਗੇ ਵੀ ਜ਼ਿਮੀਂਦਾਰ ਦਾ ਨੁਕਸਾਨ ਆ। 1509 ਮੰਦੀ ਵੀ ਗਈ, ਉਹਦੇ ਠੇਕੇ ਨਹੀਂ ਪੂਰੇ ਹੋਏ। ਇਸ ਨਹੀਂ, ਕਰਕੇ ਜੇ ਗੱਲ ਕਰੀਏ ਤੇ ਇਸ ਵਾਰੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਅਜਨਾਲੇ ਵਿੱਚ ਯੂਰੀਆ ਹੈਗੀ ਆ, ਪਰ ਕੁਝ ਦੁਕਾਨਦਾਰਾਂ ਵੱਲੋਂ ਬਲੈਕ ਕੀਤੀ ਜਾ ਰਹੀ ਆ। ਉਹਨਾਂ ਨੂੰ ਜਿਹੜੀ ਉਹੀ 270 ਰੁਪਏ ਦੀ ਬੋਰੀ ਆ ਉਹ 450 ਰੁਪਏ ਦੀ ਮਾਰਕੀਟ ਵੇਚੀ ਜਾ ਰਹੀ ਹੈ। ਕੀ ਕਹਿਣਾ ਚਾਹੁੰਦੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਕੋਈ ਯੂਰੀਆ ਆ ਹੀ ਨਹੀਂ ਰਹੀ। ਜੇ ਕਿਸੇ ਕੋ ਆਈ ਆ ਉਹ ਸਿੱਧੀ ਆਉਂਦੀ ਡਿਸਟਰੀਬਿਊਟਰ ਕੋ ਆਈ ਆ, ਦੋ ਚਾਰ ਆਪਣੇ ਜ਼ਿਮੀਂਦਾਰਾਂ ਦੀ ਵੰਡ ਕਰ ਦਿੰਦਾ। ਬਲੈਕ ਵਾਲਾ ਲਈ ਕੋਈ ਚੱਕਰ ਨਹੀਂ ਜੀ, ਨਾ ਬਲੈਕ ਵਿਕਦੀ ਆ ਨਾ ਕੋਈ ਕਰਦਾ। ਜੇ ਗੱਲ ਕਰੀਏ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਇਸ ਵੇਲੇ, ਕਿਉਂਕਿ ਜੇ ਅੱਗੇ ਇਸ ਵੇਲੇ ਨੂੰ ਖੇਤੀ ਜਿਹੜੀ ਆ ਬਜਾਈ ਹੋ ਚੁੱਕੀ ਆ, ਕਣਕਾਂ ਨਿਕਲ ਆਈਆਂ ਨੇ ਬਾਹਰ, ਤੇ ਹੁਣ ਪਾਣੀ ਲਾਉਣੇ ਆ ਕਣਕਾਂ ਨੂੰ, ਯੂਰੀਆ ਪਊਗੀ ਤੇ ਪਾਣੀ ਲੱਗਣਾ। ਪਰ ਜੇ ਇਸ ਵੇਲੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਤੁਹਾਡਾ? ਜੇ ਕਾਫੀ ਨੁਕਸਾਨ ਹੋ ਰਿਹਾ ਜੀ ਵੀ ਯੂਰੀਆ ਜ਼ਿਮੀਂਦਾਰ ਲੈਣ ਆਏ, ਉਹਦੇ ਨਾਲ ਸਾਡੇ ਕੋਲ ਹੋਰ ਵੀ ਕੋਈ ਚੀਜ਼ ਖੜੇਗਾ, ਸਪਰੇਅ ਵਾਲੀ ਦਵਾਈ ਖੜੇਗਾ। ਉਹ ਜ਼ਿਮੀਂਦਾਰ ਨੂੰ ਯੂਰੀਆ ਨਹੀਂ ਮਿਲਦੀ ਤਾਂ ਦਵਾਈ ਵਿਚਾਰ ਜਿੱਥੋਂ ਮਿਲੇਗੀ ਉੱਥੋਂ ਲੈ ਲੇਗਾ। ਇਹ 'ਚ ਦੁਕਾਨਦਾਰ ਦਾ ਨੁਕਸਾਨ ਆ। ਜੇ ਕੁਝ ਕਿਸਾਨ ਕਹਿ ਰਹੇ ਨੇ ਕਿ ਜੇ ਸਾਨੂੰ ਯੂਰੀਆ ਮਿਲਦੀ ਆ ਉਹਦੇ ਨਾਲ ਕੁਝ ਸਾਨੂੰ ਪਾਊਚ ਦਿੱਤੇ ਜਾਂਦੇ ਆ ਕਿ ਇਹ ਵੀ ਪਾਊਚ ਵੀ ਨਾਲ ਯੂਜ਼ ਕਰੋ, ਯੂਰੀਆ ਦੇ ਨਾਲ ਹੀ ਸਾਨੂੰ ਸੇਲ ਕੀਤੇ ਜਾਂਦੇ ਆ। ਕੀ ਕਾਰਨ ਉਹ ਵੱਖਰਾ ਕਿਉਂ ਨਹੀਂ ਦਿੱਤੇ ਜਾਂਦੇ? ਨਹੀਂ, ਇਹ ਨਹੀਂ ਹੈਗਾ ਜੀ। ਜਿੱਕੋ ਜਿਹੜੇ ਦੁਕਾਨਦਾਰ ਕੋ ਆਪਣੇ ਗਾਹਕਾਂ ਨੂੰ ਦਿੰਦਾ, ਉਹ ਜ਼ਿਮੀਂਦਾਰ ਦੀ ਡਿਮਾਂਡ ਤੇ ਹੀ ਅਸੀਂ ਸਮਾਨ ਦਿੰਦੇ ਆ। ਵੀ ਜੇ ਕਿਸੇ ਨੇ ਬਾਇਓ ਕੱਢਣੀ ਆ, ਕਿਸੇ ਨੇ ਸਲਫਰ ਕੱਢਣੀ ਆ, ਕਿਸੇ ਨੇ ਉਹ ਕਣਕ ਨੂੰ ਆਉਣ ਵਾਲੀ ਦਵਾਈ ਖੜੀ ਆ ਤੇ ਉਹਦੇ ਬਸ ਰੇਟ ਤੇ ਖਾਦ ਵਿਕੇਗੀ ਜੇ ਆਈ ਤੇ। ਪਰ ਜੋ ਆ ਹੀ ਨਹੀਂ ਰਹੀ ਤਾਂ ਫਿਰ ਕੀ ਫਾਇਦਾ? ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਸੀਂ? ਇਹ ਸਰਕਾਰ ਕੋ ਮੰਗ ਕਰਨੇ ਆ ਵੀ ਯੂਰੀਆ ਜਲਦੀ ਭੇਜੋ। ਕੋ ਹਰ ਜ਼ਿਮੀਂਦਾਰ ਵਿਚਾਰਾ ਪਹਿਲੀ ਯੂਰੀਆ ਪਾਸ ਕੇ ਤੇ ਆਪਣਾ ਯੂਰੀਆ ਦੀ ਕਿੱਲਤ, ਯੂਰੀਆ ਨਾ ਹੋਣ ਕਰਕੇ ਜ਼ਿਮੀਂਦਾਰ ਖਾਦ ਨਹੀਂ ਪਾ ਰਿਹਾ, ਮਿਲਦੀ ਨਹੀਂ ਪਈ ਤੇ ਪਾਏਗਾ ਤੇ ਵਿਚਾਰਾ ਉਹਦਾ ਝਾੜ ਲਏਗਾ ਨਾ। ਤੇ ਜੇ ਬਹੁਤ ਜ਼ਿਮੀਂਦਾਰ ਦਾ ਨੁਕਸਾਨ ਹੈ, ਸਾਡਾ ਵੀ ਨੁਕਸਾਨ ਹੈ। ਅਸੀਂ ਹੁਣ ਗੱਲ ਕਰਾਂਗੇ ਐਗਰੀਕਲਚਰ ਡਿਪਾਰਟਮੈਂਟ ਨਾਲ, ਉਹਨਾਂ ਦਾ ਕੀ ਕਹਿਣਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ। ਸਾਡੇ ਨਾਲ ਮੌਜੂਦ ਨੇ ਐਗਰੀਕਲਚਰ ਅਫਸਰ ਜਿਹੜੇ ਨੇ ਜੋਗਰਾਜਵੀਰ ਸਿੰਘ ਜੀ, ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੀ ਖੇਤਾਂ ਲੋਕਾਂ ਨੂੰ, ਕਿਸਾਨਾਂ ਨੂੰ ਮੁਸ਼ਕਲ ਆ ਰਹੀ ਹੈ ਖੇਤਾਂ ਵਿੱਚ ਪਾਉਣ ਵਾਸਤੇ ਯੂਰੀਆ ਦੀ, ਕੀ ਮੁਸ਼ਕਲ ਹੈ? ਹਾਂਜੀ ਸਰ, ਗੱਲ ਕਰੀਏ ਤੇ ਇਸ ਵੇਲੇ ਬੜੀ ਵੱਡੀ ਕਿੱਲਤ ਆ ਰਹੀ ਹੈ ਜਿਹੜੀ ਖਾਦ ਦੀ, ਕੀ ਕਾਰਨ ਹੈ ਉਸ ਵੇਲੇ? ਕਾਰਨ ਤਾਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਧਰਨੇ ਚੱਲ ਰਹੇ ਨੇ ਤੇ ਖਾਦ ਦੀ ਅਵੇਲੇਬਿਲਟੀ ਜਿਹੜੀ ਆ ਇਹ ਥਰੂ ਟ੍ਰੇਨਸ ਜਿਹੜੀ ਆ ਮਾਲ ਗੱਡੀਆਂ ਦੇ ਥਰੂ ਆਉਂਦੀ ਆ, ਤੇ ਮਾਲ ਗੱਡੀਆਂ ਜਿਹੜੀਆਂ ਨੂੰ ਇਸ ਵੇਲੇ ਬੰਦ ਨੇ ਤੇ ਪਿੱਛੇ ਰੈਕ ਜਿਹੜੇ ਆ ਤਕਰੀਬਨ ਪੰਜਾਬ ਤੋਂ ਬਾਹਰ ਰੈਕ ਬਿਲਕੁਲ ਤਿਆਰ ਲੋਡਡ ਖੜੇ ਨੇ। ਸਿਰਫ ਹੈ ਕਿ ਇਹ ਖੁੱਲ੍ਹਣ ਦੀ ਦੇਰ ਆ, ਅਵੇਲੇਬਿਲਟੀ ਇੱਕਦਮ ਹੋ ਜਾਏਗੀ ਜਦੋਂ ਇਹ ਮਤਲਬ ਕਿ ਧਰਨੇ ਚੁੱਕੇ ਗਏ ਤੇ ਗੱਡੀਆਂ ਦੀ ਆਵਾਜਾਈ ਜਿਹੜੀ ਆ ਸ਼ੁਰੂ ਹੋ ਗਈ। ਅਵੇਲੇਬਿਲਟੀ 'ਚ ਕੋਈ ਗੱਲ ਨਹੀਂ, ਪਿੱਛੇ ਪ੍ਰੋਡਕਸ਼ਨ ਕਾਫੀ ਆ, ਬਿਲਕੁਲ ਤਿਆਰ ਆ, ਸਿਰਫ ਖੁੱਲ੍ਹਣ ਦੀ ਦੇਰ ਆ। ਅਵੇਲੇਬਿਲਟੀ ਦੀ ਖਾਦ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ। ਜੇ ਸਰ ਵੇਖਿਆ ਜਾਵੇ ਤੇ ਕਿੰਨੀ ਕੁ ਜਿਹੜੀ ਆਪਣੀ ਪੈਦਾਇਸ਼ ਇੱਥੇ ਹੁੰਦੀ ਹੈ ਕਣਕ ਦੀ ਅਜਨਾਲਾ ਤਹਿਸੀਲ ਦੇ ਵਿੱਚ, ਤੇ ਕਿੰਨੀ ਕੁ ਜਿਹੜੀ ਆਪਾਂ ਨੂੰ ਖਾਦ ਜਿਹੜੀ ਆ ਕਿਸਾਨਾਂ ਨੂੰ ਲੋੜਵੰਦ ਹੁੰਦੀ ਹੈ? ਕਣਕ ਦੀ ਜਿਹੜੀ ਇਸ ਵੇਲੇ ਬਿਆਈ ਤਕਰੀਬਨ ਆਲਮੋਸਟ ਪੂਰੀ ਹੋ ਚੁੱਕੀ ਹੈ, ਤਕਰੀਬਨ 96% ਜਿਹੜੀ ਬਿਆਈ ਹੋ ਚੁੱਕੀ ਆ। ਉਹਦੇ 'ਚ ਕਣਕ ਦੀ ਬਿਜਾਈ ਤਕਰੀਬਨ 30,000 ਹੈਕਟੇਅਰ 'ਤੇ ਹੁੰਦੀ ਆ, ਅਤੇ ਅਵੇਲੇਬਿਲਟੀ ਜਿਹੜੀ ਆ ਉਹ ਚਾਹੀਦੀ ਸਾਨੂੰ ਇਸ ਵੇਲੇ 82,000 ਹੈਕਟੇਅਰ 82,000 ਮੈਟ੍ਰਿਕ ਟਨ, ਅਤੇ ਸਿਰਫ ਕਣਕ ਵਾਸਤੇ। ਹੋਰ ਫਸਲਾਂ ਦੀ ਜੇ ਆਪਾਂ ਗੱਲ ਕਰੀਏ ਸਬਜ਼ੀਆਂ ਵਗੈਰਾ ਦੀ ਪਾ ਕੇ, ਅਤੇ ਉਹ ਤਕਰੀਬਨ 9,000 ਮੈਟ੍ਰਿਕ ਟਨ ਜਿਹੜੀ ਆ ਉਹ ਅਵੇਲੇਬਿਲਟੀ ਸਾਨੂੰ ਚਾਹੀਦੀ ਆ। ਅਤੇ ਇਸ ਵੇਲੇ ਆਪਣੇ ਕੋਲ ਅਵੇਲੇਬਿਲਟੀ ਨਾ ਦੇ ਬਰਾਬਰ ਆ, ਕਿਉਂਕਿ ਬਿਲਕੁਲ ਇਸ ਵੇਲੇ ਸਹੀ ਟਾਈਮ ਆ ਚੁੱਕਾ ਆ ਹੁਣ ਇਹਨੂੰ ਕਣਕ ਨੂੰ ਯੂਰੀਆ ਪਾਉਣ ਦਾ। ਅਤੇ ਜੇ ਇਹ ਇਨ ਨੀਅਰ ਫਿਊਚਰ ਕੋ ਥੋੜ੍ਹੀ ਲੇਟ ਹੁੰਦੀ ਹੈ ਤਾਂ ਇੱਥੇ ਫਿਰ ਝਾੜ 'ਤੇ ਬਹੁਤ ਮਾੜਾ ਅਸਰ ਪਊਗਾ। ਸਰ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਇੱਕ ਦੋਸ਼ ਵੀ ਲਾਇਆ ਗਿਆ ਕਿ ਜਿਹੜੀ ਮਾਰਕੀਟ ਦੇ ਵਿੱਚ ਖਾਦ ਇਸ ਵੇਲੇ ਮਿਲ ਰਹੀ ਹੈ ਯੂਰੀਆ, ਪਰ ਉਹ ਮਹਿੰਗੇ ਭਾਅ 'ਤੇ ਮਿਲ ਰਹੀ ਹੈ। ਜੇ ਗੱਲ ਕਰੀਏ ਵੱਡੇ ਪੱਧਰ 'ਤੇ ਬਲੈਕ ਜਿਹੜੀ ਹੋ ਰਹੀ ਆ,
ਉਹਦੇ ਬਾਰੇ ਕੀ ਕਹਿਣਾ? ਸਾਡੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਸਾਡੇ ਕੋਲ ਇਸ ਵੇਲੇ, ਨਾ ਕੋਈ ਸਾਨੂੰ ਲਿਖਤੀ ਹੈ, ਨਾ ਕੋਈ ਫੋਨ 'ਤੇ ਜਾਂ ਉੱਦਾਂ ਵੀ ਕੋਈ ਕਿਸੇ ਦੀ ਕੋਈ ਜ਼ੁਬਾਨੀ ਵੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਅਜੇ ਤੱਕ ਕੀਤੀ। ਅਵੇਲੇਬਿਲਟੀ ਹੈ ਵੀ ਹੁਣ ਨਾ ਦੇ ਬਰਾਬਰੀ ਹੈ, ਜੇ ਕਿਸੇ ਕੋਲ ਪੁਰਾਣੀ ਪਈ ਹੈ ਤਾਂ ਉਹ ਵੀ ਤਕਰੀਬਨ ਨਿਕਲ ਚੁੱਕੀ ਆ, ਅਤੇ ਇਸ ਵੇਲੇ ਜਿਹੜੀ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਲੋੜ ਆ, ਅਤੇ ਅਵੇਲੇਬਿਲਟੀ ਮਤਲਬ ਕਿ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ। ਪਰ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਖਾਦ ਆ ਉਹ ਯੂਰੀਆ ਵਾ ਉਹ ਬਾਹਰ ਦੀਆਂ ਸਟੇਟਾਂ ਤੋਂ ਆ ਰਹੀ ਆ, ਅਸੀਂ ਲਿਆ ਕੇ ਹੀ ਆਪਣੀਆਂ ਫਸਲਾਂ ਨੂੰ ਪਾ ਰਹੇ ਆ। ਇੱਥੇ ਬਿਲਕੁਲ ਜੇ ਗੱਲ ਕਰੀਏ ਆਪਣੇ ਡਿਪਾਰਟਮੈਂਟ ਦੀ ਤੇ ਸੁਸਾਇਟੀਆਂ ਦੀ, ਉੱਥੋਂ ਵੀ ਖਾਦ ਨਹੀਂ ਮਿਲਦੀ। ਕੀ ਗੱਲ ਸੁਸਾਇਟੀਆਂ 'ਚ ਵੀ ਇਸ ਵੇਲੇ ਬਿਲਕੁਲ ਖਾਦ ਨਹੀਂ ਹੈਗੀ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਥਰੂ ਰੈਕਸ ਹੀ ਆਉਣੀ ਹੈ। ਇਫਕੋ, ਕ੍ਰਿਪਕੋ ਜਾਂ ਕੁਛ ਵੀ ਜਿਹੜੀ ਹੈ ਕੋਆਪਰੇਟਿਵ ਅਦਾਰੇ ਆ, ਉਹਨਾਂ ਕੋਲ ਵੀ ਜਿਹੜੀ ਆ ਉਹ ਥਰੂ ਰੈਕਸ ਹੀ ਖਾਦ ਆਉਣੀ ਹੈ, ਕਿਉਂਕਿ ਇਹ ਪੰਜਾਬ ਤੋਂ ਬਾਹਰ ਹੀ ਤਕਰੀਬਨ ਸਾਰੀ ਆਉਂਦੀ ਆ। ਅਤੇ ਉਹੀ ਗੱਲ ਆ ਵੀ ਟ੍ਰੇਨਸ ਜਦੋਂ ਚੱਲਣਗੀਆਂ ਫਿਰ ਇਹਦੀ ਅਵੇਲੇਬਿਲਟੀ ਜਿਹੜੀ ਆ ਫੌਰਨ 2-4 ਦਿਨ ਦੇ ਵਿੱਚ ਇਹ ਠੀਕ ਹੋ ਜਾਊਗਾ। ਤੁਸੀਂ ਵੇਖ ਰਹੇ ਹੋ ਕਿ ਇੱਥੇ ਜੋ ਰਾਜਵੀਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਅਵੇਲੇਬਿਲਟੀ ਹੈ ਟ੍ਰੇਨਾਂ ਚੱਲਣ 'ਤੇ ਹੀ ਆਉਣੀ ਹੈ, ਕਿਉਂਕਿ ਕਿਸਾਨਾਂ ਦੇ ਜਿਹੜੇ ਧਰਨੇ ਆ ਉਹ ਬਿਲਕੁਲ ਜਾਰੀ ਨੇ, ਕਿਉਂਕਿ ਹਾਲੇ ਤੱਕ ਕਿਸੇ ਪਾਸਿਓਂ ਵੀ ਸਰਕਾਰ ਜਿਹੜੀ ਆ, ਕੇਂਦਰ ਜਿਹੜੀ ਆ ਝੁਕਦੀ ਨਜ਼ਰ ਨਹੀਂ ਆ ਰਹੀ, ਨਾ ਹੀ ਇਹ ਜਿਹੜੇ ਧਰਨੇ ਚੁੱਕੇ ਜਾ ਰਹੇ ਆ। ਉਸ ਦੇ ਚੱਲਦਿਆਂ ਸਾਰੇ ਰੋਡ ਬੰਦ ਨੇ, ਜਿੱਥੇ ਮੌਲ ਬੰਦ ਨੇ ਉੱਥੇ ਟ੍ਰੇਨਾਂ ਵੀ ਬੰਦ ਪਈਆਂ ਨੇ, ਉਹਦੇ ਕਰਕੇ ਜਿਹੜੀ ਵੱਡੀ ਕਿੱਲਤ ਆ ਰਹੀ ਆ। ਪਰ ਕਿਸਾਨਾਂ ਦਾ ਜਿਹੜਾ ਹੈਗਾ ਕਹਿਣਾ ਕਿ ਉਹ ਉਹਨਾਂ ਨੂੰ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਪਈ ਹੋਈ ਖਾਦ ਵੀ ਜਿਹੜੀ ਆ ਇਸ ਵੇਲੇ ਮਹਿੰਗੇ ਭਾਅ 'ਤੇ, ਯਾਨੀ ਕਿ ਗੱਲ ਕਰੀਏ ਤਾਂ ਬਲੈਕ ਦੇ ਉੱਤੇ ਮਿਲ ਰਹੀ ਆ। ਪਰ ਆਉਣ ਵਾਲੇ ਸਮੇਂ 'ਚ ਵੇਖਣਾ ਪਏਗਾ ਕਿ ਕਿਸਾਨ ਇਹਨਾਂ ਵਾਸਤੇ ਕਿਹੋ ਜਿਹੇ ਮਿਸ਼ਨ ਬਣਾਉਂਦੀ ਆ ਅਤੇ ਇਹਨਾਂ ਦੋਸ਼ੀਆਂ ਨੂੰ ਜਿਹੜੇ ਬਲੈਕ ਕਰ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਦੇ ਕੇ ਆਪਣਾ ਜਿਹੜਾ ਕਿਸਾਨਾਂ ਦੀ ਪੂਰਤੀ ਕਰਦੀ ਆ। ਤੁਸੀਂ ਇੱਦਾਂ ਹੀ ਜੁੜੇ ਰਹੋ ਪ੍ਰਾਈਮ ਉਹਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਹੈ ਜਿਹਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।